ਸਤਿ ਸ਼੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲ ਉਸ ਸ਼ਖਸ ਦੀ, ਉਸ ਕਾਤਲ ਦੀ, ਉਸ ਸ਼ੂਟਰ ਦੀ ਜਿਸ ਨੇ ਸਿੱਧੂ ਮੂਸੇਵਾਲਾ ਦੇ ਉੱਤੇ ਦੋਵੇਂ ਹੱਥਾਂ ਦੇ ਨਾਲ ਗੋਲੀਆਂ ਚਲਾਈਆਂ। ਜੀ ਹਾਂ, ਜ਼ਿਕਰ ਦੀਪਕ ਮੁੰਡੀ ਦਾ। ਇਸ ਸਮੇਂ ਦੀ ਵੱਡੀ ਖਬਰ ਦੀਪਕ ਮੁੰਡੀ ਦੇ ਨਾਲ ਜੁੜੀ ਹੋਈ, ਉਸ ਦੇ ਨਾਲ ਹੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਦੀਪਕ ਮੁੰਡੀ ਨੂੰ ਪੰਜਾਬ ਪੁਲਿਸ ਪੰਜਾਬ ਲੈ ਕੇ ਆਵੇਗੀ। ਜਾਂ ਪੱਛਮੀ ਬੰਗਾਲ ਤੋਂ ਦੀਪਕ ਮੁੰਡੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੂੰ ਕਾਬੂ ਕੀਤਾ ਗਿਆ। AGTF ਅਤੇ ਦਿੱਲੀ ਪੁਲਿਸ ਦੇ ਇਸ ਜੁਆਇੰਟ ਆਪਰੇਸ਼ਨ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ। ਤੇ ਤੁਹਾਨੂੰ ਦੱਸ ਦਈਏ ਕਿ ਫਲਾਈਟ ਦੇ ਜ਼ਰੀਏ, ਕਿਉਂਕਿ ਇਹ ਵੈਸਟ ਬੰਗਾਲ ਨੇਪਾਲ ਦੇ ਬਾਰਡਰ ਤੋਂ ਬਿਲਕੁਲ ਪੱਛਮੀ ਬੰਗਾਲ ਤੋਂ ਜੋ ਵੈਸਟ ਬੰਗਾਲ ਦਾ ਹਿੱਸਾ ਜਿੱਥੇ ਨੇਪਾਲ ਬਾਰਡਰ ਬਹੁਤ ਆ ਜਾਂਦਾ, ਉੱਥੋਂ ਜਾ ਕੇ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਹਵਾਈ ਮਾਰਗ ਦੇ ਜ਼ਰੀਏ ਯਾਨੀ ਕਿ ਫਲਾਈਟ ਦੇ ਜ਼ਰੀਏ ਇਹਨਾਂ ਨੂੰ ਲਿਆਂਦਾ ਗਿਆ ਦਿੱਲੀ ਤੱਕ। ਤੇ ਹੁਣ ਜਾਣਕਾਰੀ ਇਹ ਵੀ ਹੈ ਕਿ ਫਲਾਈਟ ਦੇ ਜ਼ਰੀਏ ਹੀ ਪੰਜਾਬ ਲਿਆਂਦਾ ਜਾਵੇਗਾ, ਜਹਾਜ਼ ਦੇ ਜ਼ਰੀਏ ਹੀ ਪੰਜਾਬ ਲਿਆਂਦਾ ਜਾਵੇਗਾ ਦੀਪਕ ਮੁੰਡੀ, ਕਿਉਂਕਿ ਬਾਈ ਰੋਡ ਖਤਰਾ ਹੋ ਸਕਦਾ। ਇਸ ਕਰਕੇ ਇਹ ਪੁਲਿਸ ਨੇ ਫੈਸਲਾ ਲਿਆ ਕਿ ਇਹਨਾਂ ਨੂੰ ਬਾਈ ਰੋਡ ਨਾ ਲਿਆਂਦਾ ਜਾਵੇ ਤੇ ਇਸ ਕਰਕੇ ਹੁਣ ਬਾਈ 에ਅਰ ਲਿਆਂਦਾ ਜਾਵੇਗਾ ਇਹਨਾਂ ਨੂੰ ਪੰਜਾਬ। ਮਾਨਸਾ ਕੋਰਟ ਦੇ ਵਿੱਚ ਇਹ ਗੈਂਗਸਟਰ ਪੇਸ਼ ਕੀਤੇ ਜਾਣਗੇ। ਦੀਪਕ ਮੁੰਡੀ ਜਿਹੜੇ 6 ਸ਼ੂਟਰ ਸੀ ਉਹਨਾਂ ਦੇ ਵਿੱਚੋਂ ਇੱਕ ਹੈ। ਦੀਪਕ ਮੁੰਡੀ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ, ਫਰਾਰ ਸੀ। ਤਾਂ ਦੀਪਕ ਮੁੰਡੀ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਨਾਲ ਜੁੜੇ ਕੁਝ ਤੱਥ ਨੇ ਜੋ ਇੱਕ ਇੱਕ ਕਰਕੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਲੈ ਕੇ ਆਵਾਂਗੇ। 6ਵਾਂ ਸ਼ੂਟਰ ਵੀ ਗ੍ਰਿਫਤਾਰ ਕੀਤਾ ਗਿਆ। ਦਰਅਸਲ ਸਿੱਧੂ ਮੂਸੇਵਾਲਾ ਦੇ ਉੱਤੇ ਜੋ ਗੋਲੀਆਂ ਚਲਾਈਆਂ ਗਈਆਂ, 2 ਮੋਡਿਊਲ ਸੀ ਉਹ। ਇੱਕ ਮੋਡਿਊਲ ਸੀ ਬੋਲੇਰੋ ਦਾ, ਦੂਜਾ ਮੋਡਿਊਲ ਸੀ ਕਰੋਲਾ ਦਾ। ਤਾਂ ਪਹਿਲਾ ਮੋਡਿਊਲ ਜੋ ਜ਼ਿਕਰ ਕਰ ਰਹੇ ਸੀ ਬੋਲੇਰੋ ਗੱਡੀ ਦਾ, ਉਹ ਬੋਲੇਰੋ ਗੱਡੀ ਦੇ ਵਿੱਚ ਸਵਾਰ ਸੀ ਇਹ ਦੀਪਕ ਮੁੰਡੀ। ਉਸ ਬੋਲੇਰੋ ਗੱਡੀ ਨੂੰ ਜੋ ਲੀਡ ਕਰ ਰਿਹਾ ਸੀ ਉਹ ਸੀ ਪ੍ਰਿਯਵਰਤ ਫੌਜੀ, ਜਿਸ ਦੀ ਪਹਿਲਾਂ ਹੀ ਗ੍ਰਿਫਤਾਰੀ ਹੋ ਚੁੱਕੀ ਹੈ। ਪ੍ਰਿਯਵਰਤ ਫੌਜੀ ਦੇ ਨਾਲ ਕਸ਼ਿਸ਼ ਤੇ ਅੰਕਿਤ ਸੇਠਾ ਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਤੇ ਉਸ ਤੋਂ ਬਾਅਦ ਇਸੇ ਮੋਡਿਊਲ ਦਾ ਯਾਨੀ ਕਿ ਜਿਹੜੀ ਬੋਲੇਰੋ ਗੱਡੀ ਦਾ ਮੋਡਿਊਲ, ਉਸ ਮੋਡਿਊਲ ਦਾ ਚੌਥਾ ਸ਼ੂਟਰ ਹੁਣ ਤੱਕ ਫਰਾਰ ਸੀ ਦੀਪਕ ਮੁੰਡੀ, ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਵੈਸਟ ਬੰਗਾਲ ਤੋਂ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਤੋਂ ਬਾਅਦ ਜਿਹੜੇ 2 ਹੋਰ ਸ਼ੂਟਰ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ। 2 ਸ਼ੂਟਰ, ਜਿਹੜਾ ਦੀਪਕ ਮੁੰਡੀ ਤਾਂ ਹੁਣ ਗ੍ਰਿਫਤਾਰ ਹੋ ਗਿਆ, ਇਸ ਤੋਂ ਪਹਿਲਾਂ 2 ਸ਼ੂਟਰਾਂ ਤੱਕ ਪੰਜਾਬ ਪੁਲਿਸ ਪਹੁੰਚੀ ਸੀ ਤੇ ਸ਼ੂਟਰ ਸੀ ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਕੁੱਸਾ। ਇਹ ਤਾਂ ਪੰਜਾਬ ਦੇ ਵਿੱਚ ਹੀ ਲੁਕੇ ਹੋਏ ਸੀ। ਇਹ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੂੰ ਪੁਲਿਸ ਨੇ ਟ੍ਰੇਸ ਕੀਤਾ, ਪਿੰਡ ਭਕਣਾ ਦੇ ਕੋਲ ਤੇ ਇੱਕ ਘਰ ਦੇ ਵਿੱਚ ਲੁਕੇ ਬੈਠੇ ਹੋਏ ਸਨ ਤੇ ਐਨਕਾਊਂਟਰ ਦੇ ਵਿੱਚ ਇਹਨਾਂ ਨੂੰ ਢੇਰ ਕਰ ਦਿੱਤਾ ਗਿਆ। ਤੇ ਹੁਣ ਇੱਕ ਇੱਕ ਕਰਕੇ ਸਾਰੀਆਂ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਪ੍ਰਿਯਵਰਤ ਫੌਜੀ ਜੋ ਪੂਰੇ ਮੋਡਿਊਲ ਦਾ ਇੱਕ ਤਰੀਕੇ ਨਾਲ ਸਰਗਨਾ ਨਜ਼ਰ ਆਉਂਦਾ ਹੈ। ਪੂਰੀ ਜਿਹੜੀ ਤਾਕੀਦ ਦਿੱਤੀ ਜਾ ਰਹੀ ਸੀ, ਜੋ ਇੰਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਸੀ, ਉਹ ਪ੍ਰਿਯਵਰਤ ਫੌਜੀ ਦੇ ਰਿਹਾ ਸੀ। ਔਰ ਕਾਬਿਲੇ ਗੌਰ ਹੈ ਕਿ ਦੀਪਕ ਮੁੰਡੀ ਵੀ ਅਹਿਮ ਸੀ। ਦੀਪਕ ਮੁੰਡੀ ਕਿਹਾ ਜਾ ਰਿਹਾ ਕਿ ਜਦੋਂ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੀਪਕ ਮੁੰਡੀ ਵੀ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀ। ਤਾਂ ਦੀਪਕ ਮੁੰਡੀ ਸਭ ਤੋਂ ਅਹਿਮ ਜਿਹੜੇ ਕਿਰਦਾਰ ਨੇ ਇਸ ਪੂਰੇ ਸ਼ੂਟ ਆਊਟ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਦੀਪਕ ਮੁੰਡੀ ਹੈ, ਪ੍ਰਿਯਵਰਤ ਫੌਜੀ ਸੀ। ਉਸ ਤੋਂ ਬਾਅਦ ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਕੁੱਸਾ ਵੀ ਨੇ। ਅੰਕਿਤ ਸੇਠਾ ਤੇ ਕਸ਼ਿਸ਼ ਦਾ ਵੀ ਆਪਣਾ ਰੋਲ ਸੀ, ਉਹਨਾਂ ਨੂੰ ਵੀ ਉਸ ਤਰੀਕੇ ਨਾਲ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ ਗੋਲੀਆਂ ਚਲਾਉਣ ਦੀ। ਤਾਂ ਉਹ ਪੂਰਾ ਜਿਹੜਾ ਇੱਕ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ, ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਤਾਂ ਇਹ ਦੀਪਕ ਮੁੰਡੀ ਬਹੁਤ ਅਹਿਮ ਕੜੀ ਸੀ। ਅਹਿਮ ਕੜੀ ਇਸ ਕਰਕੇ ਵੀ ਹੈ ਕਿਉਂਕਿ ਨਾ ਸਿਰਫ ਇਹ ਗੋਲੀਆਂ ਚਲਾਉਣ ਵਾਲਾ ਸੀ, ਬਲਕਿ ਉਸ ਮੋਡਿਊਲ ਨੂੰ ਇੱਕ ਤਰੀਕੇ ਨਾਲ ਪ੍ਰਿਯਵਰਤ ਫੌਜੀ ਦੇ ਨਾਲ ਮਿਲ ਕੇ ਲੀਡ ਕਰ ਰਿਹਾ ਸੀ। ਜੋ ਜਾਣਕਾਰੀ ਹੈ ਕਿ ਗੋਲਡੀ ਬਰਾੜ ਦੇ ਨਾਲ ਲਗਾਤਾਰ ਕੌਣ ਸੰਪਰਕ ਦੇ ਵਿੱਚ ਸੀ, ਤਾਂ ਉਹਨਾਂ ਦੇ ਵਿੱਚ ਇੱਕ ਨਾਮ ਹੈ ਦੀਪਕ ਮੁੰਡੀ ਦਾ ਤੇ ਦੂਜਾ ਨਾਮ ਹੈ ਪ੍ਰਿਯਵਰਤ ਫੌਜੀ ਦਾ। ਕਿ ਜੇ ਦੀਪਕ ਮੁੰਡੀ ਜਾਂ ਪ੍ਰਿਯਵਰਤ ਫੌਜੀ ਉਸਦੇ ਸੰਪਰਕ ਦੇ ਵਿੱਚ ਸੀ ਗੋਲਡੀ ਬਰਾੜ ਦੇ, ਤਾਂ ਜਾਣਕਾਰੀ ਇਹ ਵੀ ਹੈ ਕਿ ਜਿਹੜਾ ਸੰਦੀਪ ਕੇਕੜਾ ਸੀ, ਕੇਕੜਾ ਪੂਰੀ ਜਾਣਕਾਰੀ ਦੇ ਰਿਹਾ ਸੀ ਗੋਲਡੀ ਬਰਾੜ ਨੂੰ ਕਿ ਰੇਕੀ ਕੀਤੀ ਗਈ ਜਿਸ ਤਰੀਕੇ ਨਾਲ ਕਿ ਹਾਂ ਹੁਣ ਸਿੱਧੂ ਮੂਸੇਵਾਲਾ ਆਪਣੇ ਤੋਂ ਨਿਕਲੇ ਇਸ ਗੱਡੀ ਦੇ ਵਿੱਚ ਹੈ, ਫੋਟੋ ਖਿੱਚ ਕੇ ਜਿਹੜੀ ਭੇਜੀ ਗਈ। ਉਸ ਤੋਂ ਬਾਅਦ ਅੱਗੇ ਜਿਹੜੀ ਜਾਣਕਾਰੀ ਫਿਰ ਇਹਨਾਂ ਸ਼ੂਟਰਾਂ ਨੂੰ ਦਿੱਤੀ ਗਈ ਕਿ ਹਾਂ ਹੁਣ ਘਰ ਤੋਂ ਨਿਕਲ ਗਿਆ, ਥਾਰ ਗੱਡੀ ਦੇ ਵਿੱਚ ਹੈ, ਇੰਨਾ ਨੰਬਰ ਹੈ, ਇਹ ਕੁਝ ਪਾਇਆ ਹੋਇਆ ਹੈ, ਖੁਦ ਡਰਾਈਵ ਕਰ ਰਿਹਾ ਹੈ। ਤੇ ਪੂਰੀ ਰੇਕੀ ਜਿਹੜੀ ਹੈ ਗੋਲਡੀ ਬਰਾੜ ਦੇ ਜ਼ਰੀਏ ਇਹਨਾਂ ਸ਼ੂਟਰਾਂ ਤੱਕ ਪਹੁੰਚ ਰਹੀ ਸੀ। ਕੇਕੜਾ, ਜੋ ਹੁਣ ਤੱਕ ਪੁਲਿਸ ਦੀ ਜਾਣਕਾਰੀ ਹੈ ਕਿ ਕੇਕੜਾ ਔਰ ਨਿੱਕੂ ਜਿਹੜਾ ਸੀਗਾ ਉਹ ਪੂਰੀ ਰੇਕੀ ਕਰਕੇ ਇਨਫੋਰਮੇਸ਼ਨ ਗੋਲਡੀ ਬਰਾੜ ਨੂੰ ਦੇ ਰਿਹਾ ਸੀ। ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਲਗਾਤਾਰ ਇਹ ਸ਼ੂਟਰ ਸੀ। ਜਦੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਵਾਰਦਾਤ ਕੀਤੀ ਗਈ ਹੈ, ਉਸ ਸਮੇਂ ਤੱਕ ਵੀ ਇਹ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀ। ਤਾਂ ਇਸ ਪੂਰੇ ਮੋਡਿਊਲ ਦਾ ਇੱਕ ਬਹੁਤ ਅਹਿਮ ਕਿਰਦਾਰ ਹੈ ਦੀਪਕ ਮੁੰਡੀ, ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ 6 ਦੇ 6 ਸ਼ੂਟਰ ਤੱਕ ਪੁਲਿਸ ਪਹੁੰਚ ਚੁੱਕੀ ਹੈ। ਤੇ ਇਸ ਵਿਚਾਲੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਦੀਪਕ ਮੁੰਡੀ ਗ੍ਰਿਫਤਾਰ ਕੀਤਾ ਗਿਆ ਵੈਸਟ ਬੰਗਾਲ ਤੋਂ, ਜਿਸ ਨੂੰ ਦਿੱਲੀ ਲਿਆਂਦਾ ਗਿਆ ਹੈ, ਬਾਈ 에ਅਰ ਲਿਆਂਦਾ ਗਿਆ। ਔਰ ਉਸ ਤੋਂ ਬਾਅਦ ਜੋ ਜਾਣਕਾਰੀ ਹੈ ਕਿ ਹਵਾਈ ਮਾਰਗ ਦੇ ਜ਼ਰੀਏ ਹੀ ਦੀਪਕ ਮੁੰਡੀ
ਔਰ ਉਸ ਤੋਂ ਬਾਅਦ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੂੰ ਲਿਆਂਦਾ ਜਾਵੇਗਾ ਪੰਜਾਬ। ਉਹ ਥੋੜੀ ਦੇਰ ਦੇ ਵਿੱਚ ਉੱਥੋਂ ਉਡਾਨ ਭਰੀ ਜਾਵੇਗੀ। रुक करते हैं शंकर आनंद साडे सहयोगी इस समय साडे नाल जुड़ रहे हैं दिल्ली एयरपोर्ट तो उन्होंने रुक करते हैं। शंकर, क्या कुछ आपके पास इस समय जानकारी है, बताइए। सड़क मार्ग का क्यों चुनाव नहीं किया गया और बाई एयर आ रहे हैं, कब आएंगे और कौन से स्टेशन पर आएंगे, यानी कि अमृतसर लेकर जाएंगे या चंडीगढ़? देखिए, जिस तरह से पंजाब पुलिस और दिल्ली पुलिस की स्पेशल सेल एक बड़े ऑपरेशन को अंजाम देते हुए जिस तरह से नेपाल बॉर्डर से गैंगस्टर दीपक मुंडी और उसके साथ साथ उसके सहयोगी को गिरफ्तार किया है, अब उसे पंजाब पुलिस अपने साथ में लेकर यहाँ से रवाना होगी, दिल्ली एयरपोर्ट से रवाना होगी। और इस वक्त में मैं दिल्ली एयरपोर्ट पे हूँ और अगर बात करें उसे तकरीबन 9 बजे की एक फ़्लाइट है, वो यहाँ से लेकर रवाना होंगे। और उसके बाद हालांकि सुरक्षा व्यवस्था का मसला है, वो बेहद महत्वपूर्ण मसला है, इसलिए पंजाब पुलिस सड़क मार्ग से ना जाते हुए बाय एरोप्लेन के माध्यम से यहाँ और उसके बाद वहां ले जाने के बाद वहां पर आगे की जो पूछताछ होगी उस प्रक्रिया को अंजाम दिया जाएगा। निश्चित तौर पे कहा जा सकता है कि जिस तरह से एक कयास लगाया जा रहा था कि पंजाब पुलिस अपने साथ में गैंगस्टर दीपक मुंडी को अपने साथ सड़क मार्ग से लेकर जाएगी, लेकिन हमारे सूत्र इस वक्त में कंफर्म कर रहे हैं कि वो उसे सड़क मार्ग नहीं बल्कि बाय प्लेन लेके जाएंगे। और इस वक्त में मैं एयरपोर्ट पे हूँ। एयरपोर्ट के अंदर में फिलहाल जो गैंगस्टर दीपक मुंडी है, इसके साथ ही पंजाब पुलिस की टीम है और स्पेशल सेल की टीम भी मौके पे मौजूद है, जो बाकायदा तमाम प्रक्रियाओं को अंजाम देते हुए, जो कहा जा सकता है कि अभी यहाँ पे है और 9 बजे की फ़्लाइट है। अभी देखिए वक्त में 8 बजे हैं, 8:30 बजे हैं और आधे घंटे के बाद 9:05 पर यहाँ से पंजाब जाने के लिए फ़्लाइट है। और वहाँ पर जाने के बाद पहुँचने के बाद पंजाब पुलिस अपने सुरक्षा घेरा में लेकर फिर आगे अपनी मंशा लेकर जाएंगे। और जिस तरह से कल उसे पेश वहाँ पे किया जाएगा, पेश करने के बाद आगे इन तमाम मामलों पर जो कानूनी कार्रवाई है, उचित कानूनी कार्रवाई है, उसको अंजाम दिया जाएगा। अभी से ठीक आधा घंटा पहले दिल्ली एयरपोर्ट पर लाया गया था, दिल्ली स्थित जो टर्मिनल 3 है वहाँ पर लाया गया था। तीनों गैंगस्टर को लाने के बाद उसके बाद टर्मिनल 2 पे लाया गया। उसके बाद अभी इस वक्त में वो एयरपोर्ट के अंदर ही है और उसे बाहर आने की इजाज़त नहीं दी गई। हालांकि जो बेहद सुरक्षा घेरा के साथ में उसे टर्मिनल 3 से टर्मिनल 2 लाया गया। और दीपक मुंडी की बात करें तो जिस तरह से नेपाल बॉर्डर में वो छुपा हुआ था और जिस तरह से भारत छोड़ करके वो नेपाल भागने की तैयारी कर रहा था, लेकिन इस मामले में दिल्ली पुलिस की स्पेशल सेल और इसके साथ ही जिस तरह से अगर बात करें कि पंजाब पुलिस ने एक ज्वाइंट ऑपरेशन को अंजाम देते हुए दीपक मुंडी जो गैंगस्टर है उसे गिरफ्तार किया। और गिरफ्तार करने के बाद जिस तरह से कयास लगाया जा रहा था कि सड़क मार्ग से लेते हुए उसे पंजाब लेके जाएंगे, लेकिन उसकी सुरक्षा व्यवस्था काफ़ी महत्वपूर्ण है और उसकी सुरक्षा व्यवस्था को ध्यान में रखते हुए ही उस प्लान को कैंसिल किया गया और बाय प्लेन अब उसे लेकर यहाँ से पंजाब जाएंगे। और जिस तरह से अगर कहा कि सिद्धू मूसेवाला हत्याकांड मामले में जिस तरह से उसकी भूमिका रही है, जिस तरह से कहा जा सकता है काफ़ी कम उम्र का ये गैंगस्टर है। दीपक मुंडी की अगर बात करें, काफ़ी कम उम्र का गैंगस्टर है, दोनों हाथ से वो हथियार चलाने में माहिर है। और जिस वक्त में सिद्धू मूसेवाला की हत्याकांड को अंजाम दिया जा रहा था, उस वक्त में भी वो दोनों हाथों से उस हत्याकांड को अंजाम देने के लिए हथियार चला रहा था। एक तरह से कह सकते हैं बेहद कम उम्र में दीपक मुंडी वो इस गैंगस्टर की दुनिया में कदम रखा और जल्द से जल्द एक नाम और ख्याति पाने के लिए और ख़ास तौर पर जो गैंगस्टर की गलियारा है, जो एक गैंग का जो गलियारा है, उसमें अपना नाम और कहा जा सकता है कि अंडरवर्ल्ड में जिस तरह से एक नाम कमाने के लिए दीपक मुंडी इस गैंगस्टर की काली दुनिया में अपना पैर रखा था। फिलहाल तीनों गैंगस्टर को अब आगे ले जाने से पहले जो तमाम जो एक कहा जा सकता है कि व्यवस्थाएं जो हैं वो एयरपोर्ट में कर दी गई है। अभी फ़िलहाल जो पंजाब पुलिस की टीम और गैंगस्टर सभी एयरपोर्ट के अंदर हैं और यहाँ से जब पंजाब पुलिस 9:15 बजे यहाँ से रवाना होगी और रवाना होने के बाद जब पंजाब पहुँचेगी तो उसके बाद काफ़ी सुरक्षा घेरा के साथ में उनसे मंशा लेके जाएंगे। हालांकि किस स्थान पर रखा जाएगा, किस स्थान पर उससे पूछताछ की जाएगी, इसके बारे में भी सुरक्षा व्यवस्था की वजह से अभी उसका जानकारी हम लोगों से साझा नहीं किया जा रहा है। लेकिन कहा जा सकता है कि जिस तरह से सिद्धू मूसेवाला हत्याकांड को अंजाम दिया गया और ख़ास तौर पर इस मामले में जिस तरह से कनाडा में बैठे गैंगस्टर गोल्डी बरार का नाम सामने आया, ये मामला काफ़ी संगीन हो गया और इस मामले की गंभीरता को देखते हुए कई गैंगस्टर के खिलाफ कार्रवाई की गई। और ख़ास तौर पर जिस तरह से कनाडा में बैठे हुए गैंगस्टर गोल्डी बरार का नाम सामने आया और गोल्डी बरार के इशारे पे ही इसको भारत से
नेपाल के माध्यम से विदेश भगाने की भी तैयारी की गई थी। काफ़ी एक साजिश को अंजाम देने के लिए काफ़ी एक कहा जा सकता है पिछले काफ़ी दिनों से अंजाम दिया जा रहा था। और जिस तरह से नेपाल बॉर्डर के पर स्थित जो झापा गांव है, उस झापा गांव में ये गैंगस्टर छुपा हुआ था और किस तरह से वहाँ पर तमाम सुविधाएं वहाँ पर उपलब्ध कराई जा रही थी, किस तरह से वहाँ पर तमाम व्यवस्था की गई थी, ये जानना बेहद महत्वपूर्ण है। और कौन कौन से लोग उसे मदद कर रहे थे, इस मामले पर भी आगे पूछताछ की जाएगी। और कहा जा सकता है राजस्थान, हरियाणा, पंजाब, राजधानी दिल्ली में किस तरह से गैंगस्टर का नेटवर्क चलता है, किस तरह से पूरे गैंगस्टर को नेटवर्क चलाने के लिए विदेश से इस मामले में फंडिंग की जाती है, किस तरह से इसका आपस में कनेक्शन है। और ख़ास तौर पे देखा जाए कि सिद्धू मूसेवाला हत्याकांड को अंजाम देने के बाद कई गैंगस्टर की अब तक गिरफ्तारी हो चुकी है और कई गैंगस्टर की गिरफ्तारी हुई है। और ख़ास तौर पर इस मामले में दिल्ली पुलिस की स्पेशल सेल का जो बेहद महत्वपूर्ण स्थान रहा था, उन तमाम गैंगस्टर के बारे में तमाम इनपुट्स को इकट्ठा किया गया। उसके बाद मामले में जिस तरह से तमाम इनपुट को पंजाब पुलिस के साझा किया गया और पंजाब पुलिस और स्पेशल सेल के साथ में इस जॉइंट ऑपरेशन को अंजाम देते हुए उसे गिरफ्तार किया गया। और उसके बाद नेपाल बॉर्डर से लेकर स्पेशल सेल की टीम दिल्ली एयरपोर्ट पहुंची और दिल्ली एयरपोर्ट से अभी 9:15 बजे के लगभग में पंजाब पुलिस अपने साथ में उस तीनों गैंगस्टर को लेकर पंजाब के लिए रवाना होगी। तो एक तरह से कह सकते हैं कि ये मामला जैसे जैसे तफ्तीश का दायरा बढ़ता जा रहा है, इस मामले में कई बड़े खुलासे होते जा रहे हैं, कई लोगों की गिरफ्तारी हो रही है। लेकिन दीपक मुंडी की बात करें तो दीपक मुंडी की गिरफ्तारी वाकई में बहुत ही महत्वपूर्ण है, कई लिहाज से महत्वपूर्ण है। क्योंकि दीपक मुंडी जिस तरह से इतने कम उम्र में इस गैंगस्टर की दुनिया और ख़ास तौर पर जिस तरह से इसका कनेक्शन लॉरेंस बिश्नोई के साथ जुड़ा। लॉरेंस बिश्नोई गैंगस्टर एक कहा जा सकता है कि उसका एक ऐसा साम्राज्य है कि उसके लिए 600 से ज़्यादा शूटर उसके लिए काम करते हैं। समझा जा सकता है कि अपने आप में लॉरेंस बिश्नोई कितना बड़ा एक गैंगस्टर है कि 600 शूटर्स उसके साथ में काम करते हैं। और जिस तरह से वो तमाम बड़े बड़े हत्याओं को, एक कहा जा सकता है सुपारी किलिंग के जो मामले को अंजाम देकर जिस तरह से वो अपने वीडियो को सोशल मीडिया पर फैलाता है, और एक तरह कहा जा सकता है कि अपराध की दुनिया में लॉरेंस बिश्नोई अपने आप में बहुत बड़ा नाम है। हालांकि इस वक्त में लॉरेंस बिश्नोई पंजाब पुलिस के कस्टडी में है, पंजाब पुलिस लगातार अपनी कस्टडी में उससे पूछताछ कर रही है। और जिस तरह से इस मामले में स्पेशल सेल के साथ में इस ऑपरेशन को अंजाम दिया गया, तो कह सकते हैं कि दीपक मुंडी को गिरफ्तार करने के बाद अब ये समझने का प्रयास किया जाएगा कि गोल्डी बरार जो कनाडा में बैठा है, किस तरह से इस मामले में उसकी भूमिका रही है, किस तरह से नेपाल के रास्ते से उसको भगाने की कोशिश की जा रही थी, ये सब जानना बेहद महत्वपूर्ण है। और कहा जा सकता है कि आने वाले वक्त में राजधानी दिल्ली, हरियाणा, पंजाब, राजस्थान में एक और भी कई बड़े ऑपरेशन को अंजाम दिया जा सकता है। इसके साथ ही एक और मैं आपको इनपुट देना चाहूँगा कि जिस तरह से इस मामले पे आज एक ऑपरेशन हुआ है, लेकिन आने वाले वक्त में इस मामले में केंद्रीय जांच एजेंसी NIA की भूमिका भी काफ़ी बढ़ने वाली है। क्योंकि अभी कुछ दिनों पहले ही जिस तरह से केंद्रीय गृह मंत्रालय में केंद्रीय गृह मंत्री अमित शाह के समक्ष उनकी अध्यक्षता में जिस तरह से NIA चीफ के साथ में एक बैठक हुई, इसके साथ ही उस बैठक में दिल्ली पुलिस कमिश्नर भी थे, इसके साथ ही पार्लियामेंट्री फोर्सेस के कई अधिकारी उस बैठक में शामिल थे। और किस तरह से कई गैंगस्टर के खिलाफ कई बड़े ऑपरेशंस को अंजाम देना है, और ख़ास तौर पर उन गैंगस्टर के खिलाफ जो कई राज्यों में जिसका नेटवर्क है और इसके साथ साथ जिसका विदेश में भी नेटवर्क है, उन तमाम गैंगस्टर को पकड़ने के लिए और विदेश से उन गैंगस्टर को भारत में लाने के लिए भी अलग से एक तैयारियाँ की जा रही हैं। तो कहा जा सकता है कि मसला काफ़ी संगीन है। और इस मामले में जब पंजाब पुलिस आगे इन्वेस्टिगेशन करेगी, खास तौर पर जब मुंडी से जब क्वेश्चनिंग करेगी, पूछताछ करेगी, किस तरह से उसे आधुनिक हथियार उपलब्ध कराए गए थे, किस तरह से उस हत्याकांड को अंजाम देने के लिए सब लोगों की भूमिका रही है। हालांकि इस मामले में कई आरोपियों की गिरफ्तारी अभी तक हो चुकी है और गिरफ्तारी होने के बाद आगे भी किस तरह से इस मामले में आगे ऑपरेशन को अंजाम देना है, इसके लिए तमाम कोशिशें की जा रही हैं। तो थोड़ा सा वक्त है इस वक्त में, जिस तरह से अगर देखा जाए तो एक फ्लाइट जो है 9:10 पे भी है, हमारे ठीक सामने वो दिख रहा है। 9:10 पे यहाँ से फ्लाइट है, वो सीधे चंडीगढ़ जाएगी वो विमान। और 9:10 पे विमान यहाँ से रवाना होने के बाद जब वहाँ पे पंजाब में टीम पहुँचेगी और उसके बाद वहाँ पहुँचने में एयरपोर्ट से काफ़ी सुरक्षा व्यवस्था को मजबूत करते हुए एक मजबूत सुरक्षा घेरा के साथ में गैंगस्टर दीपक मुंडी को पंजाब पुलिस अपने साथ लेके जाएगी। लेकिन किस लोकेशन पे लेके जाएगी वो उसके बारे में अभी खुलासा नहीं किया जा रहा है। और ठीक मैं आपको बताना चाहूँगा 9:10 पे यहाँ से विमान यहाँ से फ्लाई कर जाएगी, यहाँ से रवाना होगी। और उसके बाद जब पंजाब पहुँचने के बाद वहाँ पर स्थानीय पुलिस पहुँच जाएगी एयरपोर्ट पे। जी शुक्रिया शंकर, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਤੇ ਤੁਸੀਂ ਨਜ਼ਰ ਬਣਾਏ ਰੱਖਣਾ, ਅੱਗੇ ਵੀ ਤੁਹਾਡੇ ਤੋਂ ਅਪਡੇਟ ਲੈਂਦੇ ਰਹਾਂਗੇ। ਪੂਰੀ ਤਫਸੀਲ ਦੇ ਨਾਲ ਜਾਣਕਾਰੀ ਦਿੱਤੀ ਹੈ ਸਾਡੇ ਸਹਿਯੋਗੀ ਸ਼ੰਕਰ।
ਨੇ ਇਸ ਸਮੇਂ ਦਿੱਲੀ 에ਅਰਪੋਰਟ ਦੇ ਉੱਤੇ ਮੌਜੂਦ ਨੇ। ਦਿੱਲੀ 에ਅਰਪੋਰਟ ਤੋਂ ਥੋੜੀ ਦੇਰ ਦੇ ਵਿੱਚ ਉਡਾਨ ਭਰੇਗਾ ਜਹਾਜ਼ ਔਰ ਕਰੀਬ ਅੱਧੇ ਘੰਟੇ ਦਾ ਸਫ਼ਰ ਹੈ ਸਾਰਾ ਤੇ ਚੰਡੀਗੜ੍ਹ ਪਹੁੰਚ ਜਾਏਗਾ ਜਹਾਜ਼, ਜਿਸ ਦੇ ਜ਼ਰੀਏ ਦੀਪਕ ਮੁੰਡੀ ਨੂੰ ਪੰਜਾਬ ਲਿਆਂਦਾ ਜਾ ਰਿਹਾ। ਔਰ ਚੰਡੀਗੜ੍ਹ ਤੋਂ ਜੋ ਇਸ ਸਮੇਂ ਸਾਡੇ ਕੋਲ ਜਾਣਕਾਰੀ ਹੈ ਕਿ ਉਹੀ ਬੁਲੇਟ ਪ੍ਰੂਫ ਗੱਡੀਆਂ ਦੇ ਜ਼ਰੀਏ ਮਾਨਸਾ ਲਿਜਾਇਆ ਜਾ ਸਕਦਾ ਹੈ। ਮਾਨਸਾ ਦੇ ਵਿੱਚ ਅਦਾਲਤ 'ਚ ਪੇਸ਼ ਕੀਤਾ ਜਾਣਾ ਤੇ ਉਸ ਤੋਂ ਬਾਅਦ ਕਿੱਥੇ ਰੱਖਿਆ ਜਾਂਦਾ ਹੈ ਦੀਪਕ ਮੁੰਡੀ ਨੂੰ, ਇਹ ਦੇਖਣ ਵਾਲੀ ਗੱਲ ਜ਼ਰੂਰ ਹੋਏਗੀ। ਕਿਉਂਕਿ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਗਿਆ ਸੀ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ, ਤਾਂ ਮਾਨਸਾ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਖਰੜ ਦੇ ਸੀਏ ਸਟਾਫ ਦੇ ਵਿੱਚ ਦਫ਼ਤਰ ਦੇ ਵਿੱਚ ਰੱਖਿਆ ਗਿਆ ਸੀ। ਤਾਂ ਹੋ ਸਕਦਾ ਹੈ ਕਿ ਦੀਪਕ ਮੁੰਡੀ ਨੂੰ ਵੀ ਉਸ ਤਰੀਕੇ ਨਾਲ ਮਾਨਸਾ ਦੇ ਵਿੱਚ ਪੇਸ਼ ਕਰਕੇ ਫਿਰ ਸੀਏ ਸਟਾਫ ਲਿਆਂਦਾ ਜਾਵੇ, ਖਰੜ ਦੇ ਵਿੱਚ ਜਾਵੇ, ਤਾਂ ਉਹ ਇੱਕ ਦੇਖਣ ਵਾਲੀ ਗੱਲ ਜ਼ਰੂਰ ਹੋਏਗੀ। ਫਿਲਹਾਲ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਥੋੜੀ ਦੇਰ ਦੇ ਵਿੱਚ ਜਹਾਜ਼ ਉਡਾਨ ਭਰੇਗਾ ਔਰ ਦੀਪਕ ਮੁੰਡੀ ਅਗਲੇ ਕਰੀਬ 1.5 ਘੰਟੇ ਦੇ ਵਿੱਚ ਪੰਜਾਬ ਹੋਏਗਾ, ਚੰਡੀਗੜ੍ਹ ਦੇ ਵਿੱਚ ਹੋਏਗਾ, ਜਿੱਥੇ ਉਸ ਨੂੰ ਮਾਨਸਾ ਲਿਜਾਇਆ ਜਾਵੇਗਾ। ਕਿਉਂਕਿ ਜਿਹੜਾ ਪਰਚਾ ਹੈ ਉਹ ਮਾਨਸਾ ਦੇ ਵਿੱਚ ਦਰਜ ਕੀਤਾ ਗਿਆ ਸੀ, ਇਸ ਕਰਕੇ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੋਏਗਾ ਔਰ ਉੱਥੋਂ ਰਿਮਾਂਡ ਲਈ ਜਾਏਗੀ ਦੀਪਕ ਮੁੰਡੀ ਦੀ। ਔਰ ਅਜਿਹੇ ਕੇਸਿਸ ਦੇ ਵਿੱਚ ਰਿਮਾਂਡ ਤਾਂ ਲਾਜ਼ਮੀ ਤੌਰ ਤੇ ਉਮੀਦ ਹੈ ਕਿ ਮਿਲ ਜਾਏਗੀ ਔਰ ਰਿਮਾਂਡ ਤੋਂ ਬਾਅਦ ਪੁੱਛ ਪੜਤਾਲ ਕੀਤੀ ਜਾਏਗੀ। ਨਾ ਸਿਰਫ ਸਿੱਧੇ ਸਵਾਲ ਜਵਾਬ ਹੋਣਗੇ ਬਲਕਿ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ, ਜੱਗੂ ਭਗਵਾਨਪੁਰੀਆ ਦੇ ਕੋਲ ਬਿਠਾ ਕੇ, ਜਾਂ ਫਿਰ ਪ੍ਰਿਯਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼, ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਬਿਠਾ ਕੇ ਵੀ ਪੁਲਿਸ ਪੁੱਛ ਪੜਤਾਲ ਸਵਾਲ ਜਵਾਬ ਕਰੇਗੀ। ਔਰ ਜਿਹੜੀਆਂ ਗੱਲਾਂ ਹੁਣ ਤੱਕ ਲਾਰੈਂਸ ਜਾਂ ਫਿਰ ਪ੍ਰਿਯਵਰਤ ਫੌਜੀ ਨੇ ਪੁਲਿਸ ਨੂੰ ਦੱਸੀਆਂ ਨੇ ਔਰ ਦੀਪਕ ਮੁੰਡੀ ਤੋਂ ਜੋ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਪਸ ਦੇ ਵਿੱਚ ਮੈਚ ਕਰਦੀਆਂ ਨੇ, ਇਹ ਵੀ ਇੱਕ ਪੁਲਿਸ ਦੇ ਲਈ ਜ਼ਰੂਰ ਇੱਕ ਚੈਲੰਜ ਹੁੰਦਾ ਹੈ ਕਿ ਪੁੱਛ ਪੜਤਾਲ ਕੀਤੀ ਜਾਵੇ ਕਿ ਜਿਹੜੇ ਪਹਿਲਾਂ ਮੁਲਜ਼ਮ ਕਾਬੂ ਕਰ ਲਏ ਗਏ ਕਿਤੇ ਉਹ ਕਿਸੇ ਤਰੀਕੇ ਨਾਲ ਪੁਲਿਸ ਨੂੰ ਵਰਗਲਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ, ਕੋਈ ਕਹਾਣੀਆਂ ਤਾਂ ਨਹੀਂ ਬਣਾਈਆਂ ਜਾ ਰਹੀਆਂ। ਬਹੁਤ ਸਾਰੇ ਤੱਥ ਹੁੰਦੇ ਨੇ ਤਾਂ ਕਿ ਜਿਹੜੇ ਮਾਸਟਰਮਾਈਂਡ ਨੇ ਉਹਨਾਂ ਤੱਕ ਪਹੁੰਚਣ ਦੇ ਵਿੱਚ ਆਸਾਨੀ ਹੋ ਸਕੇ। ਇਸ ਕਰਕੇ ਇੱਕ ਤੱਥ, ਇੱਕ ਸਵਾਲ ਨੂੰ ਖੰਗਾਲਣ ਦੀ ਕੋਸ਼ਿਸ਼ ਪੁਲਿਸ ਜ਼ਰੂਰ ਕਰਦੀ ਹੈ ਔਰ ਦੀਪਕ ਮੁੰਡੀ ਤੋਂ ਵੀ ਸੈਂਕੜੇ ਸਵਾਲ ਹੋਣਗੇ ਜੋ ਪੁੱਛੇ ਜਾਣਗੇ। ਔਰ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਤੇਜ਼ੀ ਆਏਗੀ ਕਿਉਂਕਿ ਹੁਣ ਤੱਕ ਇੱਕ ਸ਼ੂਟਰ ਕਾਬੂ ਨਹੀਂ ਕੀਤਾ ਗਿਆ, ਇਸ ਕਰਕੇ ਸ਼ੂਟਰ ਨੂੰ ਕਾਬੂ ਕਰਨ ਦੇ ਉੱਤੇ ਵੀ ਫੋਕਸ ਲੱਗਿਆ ਹੋਇਆ ਸੀ ਪੁਲਿਸ ਦਾ ਔਰ ਉਮੀਦ ਕਰਦੇ ਹਾਂ ਕਿ ਹੁਣ ਜਾਂਚ ਜਲਦ ਮੁਕੰਮਲ ਕੀਤੀ ਜਾਏਗੀ। ਕਾਬਿਲ ਗੌਰ ਹੈ ਕਿ ਮਾਨਸਾ ਪੁਲਿਸ ਹੁਣ ਤੱਕ ਇੱਕ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ 24 ਮੁਲਜ਼ਮਾਂ ਦੇ ਖਿਲਾਫ, ਜਿਨ੍ਹਾਂ ਦੇ ਵਿੱਚ ਜਿਹੜੇ 3 ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦਾ ਨਾਮ ਵੀ ਹੈ ਲਾਰੈਂਸ, ਜੱਗੂ ਭਗਵਾਨਪੁਰੀਆ, ਲਿਪਿਨ ਨਹਿਰਾ, ਅਨਮੋਲ ਬਿਸ਼ਨੋਈ, ਸਚਿਨ ਥਾਪਨ, ਇਹਨਾਂ ਸਾਰਿਆਂ ਦੇ ਨਾਮ ਹੈ। ਸੰਦੀਪ ਕੇਕੜਾ ਦਾ ਨਾਮ ਹੈ ਤੇ ਬਾਕੀ 12 ਲੋਕਾਂ ਦੇ ਖਿਲਾਫ ਹੁਣ ਤੱਕ ਚਾਰਜਸ਼ੀਟ ਨਹੀਂ ਹੋਈ, ਉਹਨਾਂ ਦੇ ਵਿੱਚ ਦੀਪਕ ਮੁੰਡੀ ਦਾ ਵੀ ਨਾਮ ਹੈ। ਦੀਪਕ ਮੁੰਡੀ ਹੁਣ ਗ੍ਰਿਫਤਾਰ ਹੋ ਗਿਆ ਤਾਂ ਲਾਜ਼ਮੀ ਤੌਰ ਤੇ ਜਾਂਚ ਨੂੰ ਕੰਪਲੀਟ ਕਰਕੇ ਹੁਣ ਪੁਲਿਸ ਦੂਜੇ ਪਾਸੇ ਇਸ ਦੀ ਚਾਰਜਸ਼ੀਟ ਵਾਲਾ ਕੰਮ ਵੀ ਖਿੱਚਣ ਦੀ ਤਿਆਰੀ ਦੇ ਵਿੱਚ ਜ਼ਰੂਰ ਹੋਵੇਗੀ। ਤਾਂ 6ਵੇਂ ਸ਼ੂਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦੀਪਕ ਮੁੰਡੀ ਨੂੰ, ਤੇ ਇਸ ਦੇ ਉੱਤੇ ਅਸੀਂ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ। ਨਿਊਜ਼ 18 ਤੇ ਮੂਸੇਵਾਲਾ ਦੇ ਪਿਤਾ ਨੇ ਸ਼ੂਟਰਾਂ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ। ਦੇਖੋ ਗ੍ਰਿਫਤਾਰੀ ਹੋਈ ਹੈ, ਚੰਗੀ ਗੱਲ ਹੈ, ਇਸ ਨਾਲ ਕੋਈ ਤਸੱਲੀ ਹੁੰਦੀ ਹੈ ਮਨ ਨੂੰ, ਪਰ ਗ੍ਰਿਫਤਾਰੀ ਤੋਂ ਵੀ ਜ਼ਿਆਦਾ ਸਖਤ ਫੈਸਲੇ ਲੈ ਲੋੜ ਹੈ। ਮੈਂ ਤਾਂ ਗਵਰਨਮੈਂਟ ਨੂੰ ਇਹ ਗੱਲ ਕਹੂੰਗਾ ਕਿਉਂਕਿ ਜੇਲ੍ਹਾਂ ਦੇ ਵਿੱਚ ਬੰਦ ਕਰੀ ਜਾਣਾ, ਜੇਲ੍ਹਾਂ ਦੇ ਵਿੱਚ ਜਾ ਕੇ ਤੇ ਇਹਨਾਂ ਦਾ ਕੰਮ ਸਟਾਰਟ ਹੁੰਦਾ ਜੀ। ਹਾਂਜੀ, ਉਸ ਤੋਂ ਵੀ ਸਖਤ ਫੈਸਲਿਆਂ ਦੀ ਜ਼ਰੂਰਤ ਹੈ। ਤੁਸੀਂ ਕੀ ਮੰਗ ਕਰਦੇ ਹੋ ਕਿ ਇਹਨਾਂ ਦੇ ਕੇਸ ਜਲਦੀ ਨਿਪਟਾ ਦਿੱਤੇ ਜਾਣ, ਇਹਨਾਂ ਨੂੰ ਸਜ਼ਾਵਾਂ ਜਲਦੀ ਹੋਣ, ਜਾਂ ਕੀ ਪਰਿਵਾਰ ਇਸ ਸਮੇਂ ਕੀ ਤੁਸੀਂ ਕੀ ਮੰਗ ਕਰ ਰਹੇ ਹੋ ਸਰਕਾਰ ਤੋਂ? ਬਿਲਕੁਲ ਜੀ, ਜਿੰਨਾ ਜਲਦੀ ਫਾਸਟ ਟਰੈਕ ਦੇ ਅਧੀਨ ਇਹਨਾਂ ਨੇ ਜਲਦੀ ਫੈਸਲੇ ਹੋਣ, ਕੋਰਟਾਂ ਦੇ ਵਿੱਚ ਇਹਨਾਂ ਨੂੰ ਜਿਹੜੀ ਕਠੋਰ ਸਜ਼ਾ ਮਿਲੇ ਵੱਧ ਤੋਂ ਵੱਧ, ਕਿਉਂਕਿ ਹੱਸਦੇ ਵਸਦੇ ਘਰਾਂ ਨੂੰ ਉਜਾੜਨ ਦਾ ਕੰਮ ਕਰ ਰਹੇ ਨੇ ਲੋਕ। ਕਿਉਂਕਿ ਬਾਕੀ ਇਹ ਫਾਈਨੈਂਸ਼ਲੀ ਪੈਸੇ ਦੀ ਦੌੜ ਦੇ ਵਿੱਚ ਇੱਕ ਬਹੁਤ ਵੱਡਾ ਧੱਬਾ ਹੈ ਜੀ ਇੱਕ ਲੋਕਤੰਤਰ ਮੁਲਕ ਦੇ ਉੱਤੇ, ਕਿਉਂਕਿ ਇਹ ਗਵਰਨਮੈਂਟ ਦੇ ਬਰਾਬਰ ਪੈਰਲਲ ਸਰਕਾਰਾਂ ਚਲਾਉਣ ਲੱਗੇ ਜੀ। ਜਿੰਨਾ ਸਰਕਾਰ ਨੂੰ ਟੈਕਸ ਭਰਦੇ ਉਹਨਾਂ ਟੈਕਸਾਂ ਦੀ ਇਹ ਲੋਕਾਂ ਤੋਂ ਉਗਰਾਹੀਆਂ ਕਰ ਰਹੇ ਨੇ। ਕਰੀਬ 100 ਦਿਨ ਬਾਅਦ ਦੀਪਕ ਮੁੰਡੀ ਗ੍ਰਿਫਤਾਰ ਕੀਤਾ ਗਿਆ, 6 ਦੇ 6 ਸ਼ੂਟਰ ਤੱਕ ਪੁਲਿਸ ਪਹੁੰਚ ਗਈ। ਤੁਸੀਂ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਹੋ? ਦੇਖੋ ਜੀ, ਪੁਲਿਸ ਨੇ ਤਾਂ ਜੋ ਬੰਦਿਆਂ ਨੇ ਕਾਰਵਾਈ ਕੀਤੀ ਹੈ, ਜਿਨ੍ਹਾਂ ਨੇ ਬੇਟੇ ਨੂੰ ਮਾਰਿਆ ਹੈ ਨਾ ਜੀ, ਸਿੱਧੇ ਤੌਰ ਤੇ ਸ਼ਾਮਲ ਨੇ, ਉਹਨਾਂ ਨੂੰ ਤਾਂ ਪੁਲਿਸ ਫੜ ਰਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਜਿਹੜੇ ਮਾਸਟਰਮਾਈਂਡ ਨੇ ਜੋ ਮਰਵਾ ਰਹੇ ਨੇ ਅੱਗੇ, ਇਹ ਤਾਂ ਇੱਕ ਭਾੜੇ ਤੇ ਨੇ ਵਿਚਾਰੇ, ਖਰੀਦੇ ਹੋਏ ਨੇ, ਕੋਈ ਲੱਖ ਰੁਪਏ ਚ ਖਰੀਦ ਲਿਆ, ਕੋਈ 50,000 ਚ ਖਰੀਦ ਲਿਆ ਜੀ, ਤੇ ਜ਼ਰੂਰ ਇਹਨਾਂ ਦੇ ਸਰਗਣੇ ਨੇ ਜੀ। ਤੇ ਜੱਗੂ ਹੈ, ਲਾਰੈਂਸ ਹੈ, ਉਹ ਤਾਂ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਹੁਤ ਵਧੀਆ ਢੰਗ ਨਾਲ ਆਪਣਾ ਕੰਮ ਚਲਾ ਰਹੇ। ਕੱਲ ਦੇ ਮੈਂ ਕਹਾਂ ਜੇ ਕੱਲ ਦੇ ਦਾਊ ਜੀ।
ਬਲਕੌਰ ਸਿੰਘ ਜੀ, ਤੁਸੀਂ ਜ਼ਿਕਰ ਇਹ ਕਰ ਰਹੇ ਹੋ, ਪਰ ਦੂਜੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਅਸੀਂ ਜਿਹੜਾ ਗੋਲਡੀ ਬਰਾੜ ਹੈ ਜਾਂ ਫਿਰ ਜਿਹੜੇ ਹੋਰ ਸ਼ੂਟਰ ਨੇ ਜਾਂ ਜਿਹੜੇ ਹੋਰ ਗੈਂਗਸਟਰ ਨੇ ਉਹਨਾਂ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਗੋਲਡੀ ਬਰਾੜ ਵੀ ਗ੍ਰਿਫਤਾਰ ਹੋ ਜਾਏਗਾ, ਸਵਾਲ ਉਹੀ ਹੈ ਕਿ ਫਿਰ ਆਖਿਰ ਕਦੋਂ ਇਹ ਆਪਣੇ ਅੰਜਾਮ ਤੱਕ ਪਹੁੰਚਣਗੇ। ਤੁਸੀਂ ਇਹ ਕਹਿ ਰਹੇ ਹੋ ਕਿ ਲਾਰੈਂਸ ਤੇ ਜੱਗੂ ਭਗਵਾਨਪੁਰੀ ਦੇ ਉੱਤੇ ਐਕਸ਼ਨ ਕਰੋ, ਉਹਨਾਂ ਦੇ ਉੱਤੇ ਜਿਹੜੇ ਕੇਸ ਆ ਉਹਨਾਂ ਦਾ ਛੇਤੀ ਨਿਪਟਾਰਾ ਕਰੋ। ਉਹ ਹਰ ਇੱਕ ਕੇਸ ਦੇ ਵਿੱਚੋਂ ਬਰੀ ਹੋ ਜਾਂਦੇ ਆ ਜੀ, ਉਹ ਜੇਲ੍ਹਾਂ ਦੇ ਵਿੱਚ ਬਹਿ ਕੇ ਕਰਵਾ ਜਾਂਦੇ ਨੇ, ਜਦੋਂ ਕੋਰਟਾਂ ਦੇ ਵਿੱਚੋਂ ਆ ਕੇ ਉਹ ਮੁੱਕਰ ਜਾਂਦੇ ਨੇ, ਉਹਨਾਂ ਨੂੰ ਸਜ਼ਾ ਹੀ ਨਹੀਂ ਹੋ ਰਹੀ। ਔਰ ਇਸ ਗੱਲ ਇੱਕ ਬੰਦੇ ਦੇ ਉੱਤੇ 100 ਪਰਚਾ ਹੋਇਆ ਪਿਆ, ਜੱਗੂ ਦੇ ਉੱਤੇ 64 ਪਰਚੇ ਹੋਏ ਪਏ ਨੇ। ਅਗਰ ਕੋਈ ਫੈਸਲਾ ਹੁੰਦਾ ਹੋਵੇ ਤਾਂ ਪਰਚੇ ਦੀ ਤਾਦਾਦ ਇੰਨੀ ਬੜੀ ਥੋੜ੍ਹਾ ਹੋਣੀ ਸੀ। ਸ਼ੂਟਰ ਨੇ, ਮਾਸਟਰਮਾਈਂਡ ਨੇ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ, ਜਲਦ ਤੋਂ ਜਲਦ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ, ਸਜ਼ਾਵਾਂ ਦਿੱਤੀਆਂ ਜਾਣ। ਇਹਨਾਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰ ਦਿੱਤੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਉਹਨਾਂ ਦੇ ਬੇਟੇ ਦਾ ਕਤਲ ਕਰ ਦਿੱਤਾ, ਸਿੱਧੂ ਮੂਸੇਵਾਲਾ ਦਾ ਕਤਲ ਜਿਨ੍ਹਾਂ ਨੇ ਕਰ ਦਿੱਤਾ। ਕਿਉਂਕਿ ਇਹ ਵੀ ਜ਼ਿਕਰ ਉਹ ਕਰਦੇ ਨਜ਼ਰ ਆਏ ਕਿ ਜਿਹੜਾ ਜੱਗੂ ਹੈ ਜਾਂ ਫਿਰ ਲਾਰੈਂਸ ਬਿਸ਼ਨੋਈ ਹੈ, ਇਸ ਦੇ ਖਿਲਾਫ ਤਾਂ ਪਹਿਲਾਂ ਵੀ ਬਹੁਤ ਸਾਰੇ ਕੇਸਿਸ ਨੇ, ਪਰ ਕੇਸਿਸ ਹੋਣ ਦੇ ਬਾਵਜੂਦ ਇਹ ਆਪਣੇ ਅੰਜਾਮ ਤੱਕ ਨਹੀਂ ਪਹੁੰਚਦੇ। ਕਾਨੂੰਨ ਦੀਆਂ ਪੇਚੀਦਗੀਆਂ ਦਾ ਇਹ ਫਾਇਦਾ ਚੁੱਕਦੇ ਨੇ ਔਰ ਇਸ ਦੀ ਵਜ੍ਹਾ ਦੇ ਨਾਲ ਇਹ ਬਚਦੇ ਰਹਿੰਦੇ ਨੇ। ਤਾਂ ਹੁਣ ਇਸ ਕੇਸ ਦੇ ਵਿੱਚ ਕਿੱਥੇ ਤੱਕ ਪੁਲਿਸ ਪਹੁੰਚਦੀ ਹੈ, ਕਿੱਥੇ ਤੱਕ ਜਾਂਚ ਅੱਗੇ ਪਹੁੰਚਦੀ ਹੈ, ਅਦਾਲਤਾਂ ਦੀਆਂ ਕਾਰਵਾਈਆਂ ਦੇ ਵਿੱਚ ਕੀ ਕੁਝ ਹੁੰਦਾ ਹੈ, ਉਸ ਦੇ ਉੱਤੇ ਸਭ ਦੀ ਨਜ਼ਰ ਲਾਜ਼ਮੀ ਤੌਰ ਤੇ ਰਹੇਗੀ। ਲਾਰੈਂਸ ਬਿਸ਼ਨੋਈ ਹੋਵੇ, ਜੱਗੂ ਭਗਵਾਨਪੁਰੀਆ ਹੋਵੇ, ਗੋਲਡੀ ਬਰਾੜ ਕਦੋਂ ਗ੍ਰਿਫਤਾਰ ਹੁੰਦਾ ਹੈ ਜਾਂ ਫਿਰ ਜਿਹੜੇ ਸ਼ੂਟਰ ਕਾਬੂ ਗਏ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਸਜ਼ਾ ਕਦੋਂ ਤੇ ਕਿਵੇਂ ਦਿੱਤੀ ਜਾਂਦੀ ਹੈ ਅਦਾਲਤ ਦੇ ਵੱਲੋਂ, ਕਿਉਂਕਿ ਕੇਸਿਸ ਕਈ ਸਾਲ ਚੱਲਦੇ ਰਹਿੰਦੇ ਨੇ, ਇਹ ਵੀ ਜ਼ਿਕਰ ਹੁੰਦਾ ਹੈ। ਤਾਂ ਕੀ ਫਾਸਟ ਟਰੈਕ ਕੋਰਟ ਦੇ ਵਿੱਚ ਜਾ ਕੇ ਇਸ ਪੂਰੇ ਕੇਸ ਦਾ ਜਲਦ ਨਿਪਟਾਰਾ ਕੀਤਾ ਜਾਏਗਾ। ਇਹ ਬਹੁਤ ਵੱਡੀ ਘਟਨਾ ਪੰਜਾਬ ਦੇ ਵਿੱਚ 29 ਮਈ ਵਾਲੇ ਦਿਨ ਵਾਪਰੀ ਸੀ। ਉਸ ਤੋਂ ਬਾਅਦ ਇਹ ਗ੍ਰਿਫਤਾਰੀਆਂ ਹੋਈਆਂ ਨੇ। ਕਾਬਲੇ ਗੌਰ ਹੈ ਕਿ 6 ਸ਼ੂਟਰ ਜਿਨ੍ਹਾਂ ਦੇ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਸਾਰੇ ਦੇ ਸਾਰੇ ਸ਼ੂਟਰ ਹੁਣ ਪੁਲਿਸ ਉਹਨਾਂ ਤੱਕ ਪਹੁੰਚ ਚੁੱਕੀ ਹੈ। 4 ਇਸ ਸਮੇਂ ਪੁਲਿਸ ਦੀ ਗਿਰਫਤ ਦੇ ਵਿੱਚ ਨੇ, ਜਦਕਿ 2 ਦਾ ਇਨਕਾਊਂਟਰ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਇਨਕਾਊਂਟਰ ਹੋ ਗਿਆ ਸੀ। ਯਾਨੀ ਕਿ 6 ਦੇ ਵਿੱਚੋਂ 4 ਸ਼ੂਟਰ ਬਾਕੀ ਨੇ ਜਿਨ੍ਹਾਂ ਦੇ ਉੱਤੇ ਹੁਣ ਜਾਂਚ ਹੋਏਗੀ, ਇਨਵੈਸਟੀਗੇਸ਼ਨ ਅੱਗੇ ਵਧੇਗੀ ਜਾਂ ਫਿਰ ਕਾਨੂੰਨੀ ਕਾਰਵਾਈ ਅੱਗੇ ਕੀ ਹੁੰਦੀ ਹੈ। ਤਾਂ ਇਹ ਸਾਰਾ ਦੇਖਣ ਵਾਲੀ ਗੱਲ ਲਾਜ਼ਮੀ ਤੌਰ ਤੇ ਰਹੇਗੀ। ਤਾਂ ਪੱਛਮੀ ਬੰਗਾਲ ਤੋਂ ਦੀਪਕ ਮੁੰਡੀ ਗ੍ਰਿਫਤਾਰ ਹੋ ਗਿਆ ਹੈ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਲਦ ਉਸ ਨੂੰ ਹੁਣ ਪੰਜਾਬ ਲਿਆਂਦਾ ਜਾਵੇਗਾ ਹਵਾਈ ਮਾਰਗ ਦੇ ਜ਼ਰੀਏ। ਉਹ ਪਹੁੰਚੇਗਾ ਪੰਜਾਬ, ਚੰਡੀਗੜ੍ਹ ਪਹੁੰਚੇਗਾ ਤੇ ਇੱਥੋਂ ਬਾਈ ਰੋਡ ਉਸ ਨੂੰ ਮਾਨਸਾ ਲਿਜਾਂਦਾ ਜਾਵੇਗਾ।